ਵਾਰ ਦੂਰ ਦੇਸ਼ ਵਿੱਚ ਇੱਕ ਚੁੜੈਲ ਰਿਹਾ ਕਰਦੀ ਸੀ। ਉਹਦੀ ਉਦਾਸੀ ਦੀ ਵਜ੍ਹਾ ਸੀ ਕਿ ਉਹਨੂੰ ਔਲਾਦ ਨਹੀਂ ਹੋ ਸਕਦੀ ਸੀ, ਕਿਉਂਕਿ ਜੇ ਉਹਦਾ ਬੱਚਾ ਹੁੰਦਾ ਤਾਂ ਉਹ ਉਹਨੂੰ ਆਪਣੇ ਗਹਿਰੇ ਰਹੱਸ ਅਤੇ ਸ਼ਕਤੀਆਂ ਦੇ ਸਕਦੀ ਸੀ। ਇਸ ਕਰਕੇ ਉਹਨੇ ਤੈਅ ਕੀਤਾ ਕਿ ਉਹ ਪਹਿਲੀ ਕੁੜੀ ਨੂੰ ਸਭ ਤੋਂ ਦੂਰ ਲੈ ਜਾ ਕੇ ਬਿਲਕੁਲ ਆਪਣੀ ਧੀ ਦੀ ਤਰ੍ਹਾਂ ਵੱਡਾ ਕਰਦੀ। ਬੁਰਾਈ ਦਾ ਜਾਦੂ ਪੂਰੀ ਦੁਨੀਆ ਤੇ ਕਬਜ਼ਾ ਕਰੇਗਾ। ਜਿੱਥੇ ਚੁੜੈਲ ਰਹਿੰਦੀ ਸੀ ਉੱਥੋਂ ਥੋੜੀ ਦੂਰੀ ਤੇ ਇੱਕ ਕਿਸਾਨ ਪਤੀ ਪਤਨੀ ਰਹਿੰਦੇ ਸੀ। ਇੱਕ ਦਿਨ ਆਦਮੀ ਨੂੰ ਬੜੀ ਚੰਗੀ ਖਬਰ ਮਿਲੀ ਜੋ ਉਹਨੂੰ ਉਹਦੀ ਘਰਵਾਲੀ ਨੇ ਦਿੱਤੀ ਸੀ। ਸਾਨੂੰ ਬੱਚਾ ਹੋਣ ਵਾਲਾ ਹੈ। ਬਦਕਿਸਮਤੀ ਨਾਲ ਉਹਨਾਂ ਦੀ ਖੁਸ਼ੀ ਲੰਮੇ ਸਮੇਂ ਤੱਕ ਨਹੀਂ ਟਿਕੀ, ਕਿਉਂਕਿ ਜਨਾਨੀ ਬਹੁਤ ਬਿਮਾਰ ਹੋ ਗਈ। ਜਿਵੇਂ ਜਿਵੇਂ ਸਮਾਂ ਗੁਜ਼ਰਦਾ ਗਿਆ ਉਹਦਾ ਵਜ਼ਨ ਘਟਦਾ ਗਿਆ। ਜੇ ਉਹ ਛੇਤੀ ਠੀਕ ਨਾ ਹੁੰਦੀ ਤਾਂ ਆਪਣੇ ਬੱਚੇ ਨੂੰ ਗਵਾ ਸਕਦੀ ਸੀ। ਉਹਦੇ ਘਰ ਵਾਲੇ ਨੇ ਹਰ ਦਵਾਈ ਤੇ ਹਰ ਫਾਇਦੇਮੰਦ ਜੜੀ ਬੂਟੀ ਦੇ ਕੇ ਵੇਖਿਆ, ਪਰ ਉਹ ਠੀਕ ਨਹੀਂ ਹੋਈ। ਆਖਰਕਾਰ ਡਾਕਟਰ ਨੇ ਕਿਹਾ ਕਿ ਹੁਣ ਇੱਕ ਹੀ ਤਰੀਕਾ ਹੈ ਜਿਸ ਨਾਲ ਉਹਦੀ ਘਰ ਵਾਲੀ ਠੀਕ ਹੋ ਸਕਦੀ ਹੈ। ਇੱਕ ਬੁਰੀ ਚੁੜੇਲ ਹੈ ਜਿਸ ਦੇ ਕੋਲ ਹੀ ਸਿਰਫ ਇਸ ਨੂੰ ਠੀਕ ਕਰਨ ਵਾਲੀ ਜੜੀ ਬੂਟੀ ਹੈ। ਹੁਣ ਸਿਰਫ ਇੱਕੋ ਹੀ ਰਸਤਾ ਬਚਿਆ ਹੈ। ਆਦਮੀ ਆਪਣੀ ਸਾਰੀ ਹਿੰਮਤ ਜੁਟਾ ਕੇ ਚੁੜੈਲ ਦੇ ਮਹਿਲ ਵਿੱਚ ਗਿਆ ਤੇ ਦਰਵਾਜ਼ੇ ਤੇ ਦਸਤਕ ਦਿੱਤੀ। ਇੰਨਾ ਬੇਤੜਕ ਹੋ ਕੇ ਮੇਰਾ ਬੂਹਾ ਖੜਕਾ ਰਿਹਾ ਹੈ, ਲੱਗਦਾ ਕੋਈ ਜ਼ਰੂਰੀ ਗੱਲ ਹੈ। ਉਹ ਮੇਰੀ ਘਰ ਵਾਲੀ ਬਿਮਾਰ ਹੈ ਤੇ ਉਹਦੀ ਹਾਲਤ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ। ਮੈਂ ਸੁਣਿਆ ਕਿ ਸਿਰਫ ਤੁਹਾਡੇ ਕੋਲੇ ਉਸਦੇ ਇਲਾਜ ਦੇ ਲਈ ਜੜੀ ਬੂਟੀ ਹੈ। ਅੱਛਾ, ਤੇ ਮੈਂ ਤੇਰੀ ਮਦਦ ਕਿਉਂ ਕਰਾਂ? ਮੈਂ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਮੇਰੀ ਮਦਦ ਕਰੋ। ਮੇਰੀ ਘਰ ਵਾਲੀ ਨੂੰ ਬੱਚਾ ਹੋਣ ਵਾਲਾ ਹੈ ਤੇ ਜੇ ਉਹਦਾ ਇਲਾਜ ਨਾ ਕੀਤਾ ਗਿਆ ਤਾਂ ਦੋਹਾਂ ਨੂੰ ਗਵਾ ਬੈਠਾਂਗਾ। ਉਹਦੀ ਹਾਲਤ ਦੇ ਬਾਰੇ ਵਿੱਚ ਸੁਣ ਕੇ ਚੁੜੈਲ ਨੇ ਆਪਣਾ ਮਨ ਬਦਲ ਦਿੱਤਾ ਤੇ ਉਹਦੀ ਮਦਦ ਕਰਨ ਦਾ ਫੈਸਲਾ ਕੀਤਾ। ਜੇ ਤੂੰ ਇੰਜ ਕਹਿ ਰਿਹਾ ਤਾਂ ਮੈਂ ਤੇਰੀ ਮਦਦ ਕਰਾਂਗੀ। ਚੁੜੈਲ ਨੇ ਉਹਦੇ ਇਲਾਜ ਵਾਲੀ ਜੜੀ ਬੂਟੀ ਦੇ ਦਿੱਤੀ। ਇਸ ਜੜੀ ਬੂਟੀ ਦੇ ਪੱਤਿਆਂ ਦਾ ਇੱਕ ਇੱਕ ਟੁਕੜਾ ਰੋਜ਼ ਆਪਣੀ ਘਰਵਾਲੀ ਨੂੰ ਖਵਾਈ, ਤੈਨੂੰ ਉਹ ਠੀਕ ਹੁੰਦੀ ਨਜ਼ਰ ਆਵੇਗੀ। ਆਦਮੀ ਖੁਸ਼ੀ ਦੇ ਮਾਰੇ ਭੱਜਦੇ ਹੋਏ ਘਰ ਪਹੁੰਚਿਆ। ਉਹਦੀ ਘਰਵਾਲੀ ਨੇ ਰੋਜ਼ ਪੱਤੇ ਦਾ ਇੱਕ ਟੁਕੜਾ ਖਾਧਾ। ਹੁਣ ਉਹਦੀ ਤਬੀਅਤ ਸੁਧਰਨ ਲੱਗੀ ਤੇ ਉਹਦਾ ਘਟਿਆ ਹੋਇਆ ਵਜ਼ਨ ਵੀ ਵਾਪਸ ਵਧਣ ਲੱਗਾ। ਪਰ ਕੁਝ ਦਿਨਾਂ ਬਾਅਦ ਚੁੜੈਲ ਦੀ ਦਿੱਤੀ ਹੋਈ ਜੜੀ ਬੂਟੀ ਖਤਮ ਹੋ ਗਈ। ਘਰਵਾਲੀ ਦੀ ਤਬੀਅਤ ਫਿਰ ਤੋਂ ਵਿਗੜ ਗਈ। ਇਸ ਵਾਰ ਬਹੁਤ ਹੀ ਘੱਟ ਸਮੇਂ ਵਿੱਚ ਉਹਦੀ ਹਾਲਤ ਜ਼ਿਆਦਾ ਗੰਭੀਰ ਹੋ ਗਈ। ਕੋਈ ਉਪਾਅ ਨਾ ਹੋਣ ਕਰਕੇ ਆਦਮੀ ਨੇ ਫਿਰ ਤੋਂ ਚੁੜੈਲ ਦੇ ਮਹਿਲ ਦਾ ਦਰਵਾਜ਼ਾ ਖੜਕਾਇਆ। ਚੁੜੈਲ ਜਾਣਦੀ ਸੀ ਕਿ ਉਹ ਵਾਪਸ ਜ਼ਰੂਰ ਆਵੇਗਾ। ਇਹ ਉਹੀ ਬੀਜ ਹੈ ਜਿਸ ਨਾਲ ਤੇਰੀ ਘਰਵਾਲੀ ਠੀਕ ਹੋ ਸਕਦੀ ਹੈ। ਤੂੰ ਇਹਨਾਂ ਨੂੰ ਆਪਣੇ ਬਗੀਚੇ ਵਿੱਚ ਬੀਜ ਦੇਵੀਂ ਤੇ ਫਿਰ ਤੇਰੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਪਰ ਮੇਰੀ ਇੱਕ ਸ਼ਰਤ ਹੈ, ਜੇ ਤੇਰੇ ਘਰ ਬੱਚੀ ਜੰਮੀ ਤਾਂ ਤੂੰ ਉਹਨੂੰ ਮੈਨੂੰ ਦੇ ਦੇਂਗਾ। ਮੈਂ ਅਜਿਹੀ ਸ਼ਰਤ ਕਦੇ ਨਹੀਂ ਮੰਨ ਸਕਦਾ। ਤਾਂ ਦਫਾ ਹੋ ਜਾ ਇੱਥੋਂ। ਚੁੜੈਲ ਨੇ ਉਹਦੇ ਮੂੰਹ ਤੇ ਦਰਵਾਜ਼ਾ ਬੰਦ ਕਰ ਦਿੱਤਾ। ਦੁਖੀ ਹੋ ਕੇ ਆਦਮੀ ਘਰ ਵਾਪਸ ਆ ਗਿਆ। ਉਹ ਆਪਣੀ ਘਰਵਾਲੀ ਨੂੰ ਕੁਝ ਵੀ ਨਹੀਂ ਦੱਸ ਸਕਦਾ ਸੀ। ਜਿਵੇਂ ਜਿਵੇਂ ਦਿਨ ਗੁਜ਼ਰਦੇ ਗਏ ਘਰਵਾਲੀ ਦੀ ਹਾਲਤ ਵਿਗੜਦੀ ਗਈ। ਹੁਣ ਬੱਚੇ ਨੂੰ ਵੀ ਖਤਰਾ ਵੱਧ ਗਿਆ ਸੀ। ਆਦਮੀ ਦੀ ਰਾਤਾਂ ਦੀ ਨੀਂਦ ਉੱਡ ਗਈ ਸੀ। ਜੇ ਉਹ ਚੁੜੈਲ ਦੀ ਸ਼ਰਤ ਨਹੀਂ ਮੰਨਦਾ ਤਾਂ ਉਹ ਘਰਵਾਲੀ ਤੇ ਬੱਚਾ ਦੋਹਾਂ ਨੂੰ ਗਵਾ ਦੇਵੇਗਾ। ਪਰ ਜੇ ਉਹ ਸ਼ਰਤ ਮੰਨ ਲੈਂਦਾ ਹੈ ਤੇ ਜੇ ਉਹਨੂੰ ਬੇਟਾ ਪੈਦਾ ਹੁੰਦਾ ਹੈ ਤਾਂ ਉਹਦੀ ਘਰਵਾਲੀ ਤੇ ਬੱਚਾ ਦੋਵੇਂ ਬਚ ਜਾਣਗੇ। ਇਸ ਲਈ ਉਹਨੇ ਆਪਣਾ ਮਨ ਬਣਾ ਲਿਆ ਤੇ ਚੁੜੈਲ ਦੇ ਮਹਿਲ ਵਿੱਚ ਗਿਆ। ਉਹਨੇ ਚੁੜੈਲ ਦੀ ਸ਼ਰਤ ਮੰਨ ਲਈ ਤੇ ਬੀਜ ਲੈ ਕੇ ਘਰ ਆ ਗਿਆ। ਚੁੜੈਲ ਦੇ ਦਿੱਤੇ ਹੋਏ ਬੀਜ ਉਹਨੇ ਆਪਣੇ ਬਗੀਚੇ ਵਿੱਚ ਬੋ ਦਿੱਤੇ। ਬੀਜ ਬਹੁਤ ਹੀ ਘੱਟ ਸਮੇਂ ਵਿੱਚ ਉੱਗ ਗਏ। ਆਦਮੀ ਨੇ ਆਪਣੇ ਘਰਵਾਲੀ ਨੂੰ ਬਗੀਚੇ ਵਿੱਚ ਉੱਗੇ ਹੋਏ ਪੱਤੇ ਖਵਾਏ। ਜਿਵੇਂ ਜਿਵੇਂ ਦਿਨ ਬੀਤਦੇ ਗਏ ਉਹਦੀ ਘਰਵਾਲੀ ਠੀਕ ਹੁੰਦੀ ਗਈ ਤੇ ਉਹਨੇ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ। ਪਰ ਆਦਮੀ ਨੂੰ ਹੁਣ ਡਰ ਸਤਾ ਰਿਹਾ ਸੀ। ਉਸੇ ਦਿਨ ਰਾਜ ਮਹਿਲ ਵਿੱਚ ਇੱਕ ਜਸ਼ਨ ਮਨਾਇਆ ਜਾ ਰਿਹਾ ਸੀ। ਰਾਣੀ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਰਾਜਾ ਬਹੁਤ ਖੁਸ਼ ਸੀ ਕਿਉਂਕਿ ਹੁਣ ਉਹਦੇ ਬਾਅਦ ਉਹਦਾ ਰਾਜਕੁਮਾਰ ਸੀ ਜੋ ਭਵਿੱਖ ਵਿੱਚ ਰਾਜਾ ਬਣੇਗਾ। ਰਾਜ ਦੀ ਜਨਤਾ
ਵੱਡੇ ਦਿਲ ਵਾਲੀ ਰਾਜਾ ਤੇ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ। ਕਿਸੇ ਨੂੰ ਪਤਾ ਨਹੀਂ ਸੀ ਕਿ ਭਵਿੱਖ ਵਿੱਚ ਇੱਕ ਦਿਨ ਇਹਨਾਂ ਦੋਹਾਂ ਬੱਚਿਆਂ ਦੇ ਜੀਵਨ ਮਿਲਣਗੇ। ਜਨਾਨੀ ਆਦਮੀ ਦੀ ਖੁਸ਼ੀ ਜ਼ਿਆਦਾ ਦਿਨਾਂ ਤੱਕ ਨਹੀਂ ਟਿਕੀ। ਉਸੇ ਦਿਨ ਚੁੜੈਲ ਆਈ ਅਤੇ ਬੱਚੀ ਦੀ ਮੰਗ ਕੀਤੀ। ਜਨਾਨੀ ਆਦਮੀ ਨੇ ਭਾਰੀ ਮਨ ਨਾਲ ਬੱਚੀ ਚੁੜੈਲ ਨੂੰ ਸੌਂਪ ਦਿੱਤੀ। ਮੇਰੀ ਬੱਚੀ, ਮੇਰੀ ਬੱਚੀ। ਇਹ ਹੁਣ ਮੇਰੀ ਬੱਚੀ ਹੈ, ਪਰ ਫਿਕਰ ਨਾ ਕਰ, ਮੈਂ ਉਹਦਾ ਚੰਗੀ ਤਰ੍ਹਾਂ ਖਿਆਲ ਰੱਖਾਂਗੀ। ਮੈਂ ਉਹਦਾ ਨਾਂ ਰਪੰਜ਼ਲ ਰੱਖਦੀ ਆਂ। ਚੁੜੈਲ ਬੱਚੀ ਨੂੰ ਲੈ ਕੇ ਜੰਗਲ ਵਿੱਚ ਚਲੀ ਗਈ, ਜਿੱਥੇ ਉਹਦਾ ਬਹੁਤ ਵੱਡਾ ਟਾਵਰ ਸੀ। ਚੁੜੈਲ ਪੌੜੀਆਂ ਤੋਂ ਟਾਵਰ ਦੇ ਬਹੁਤ ਉੱਪਰ ਚਲੀ ਗਈ। ਉਹ ਆਖਰੀ ਮੰਜ਼ਲ ਦੇ ਇੱਕ ਕਮਰੇ ਵਿੱਚ ਪਹੁੰਚੀ। ਉੱਥੇ ਚੁੜੈਲ ਨੇ ਬੱਚੀ ਨੂੰ ਇੱਕ ਭਗੂੜੇ ਵਿੱਚ ਰੱਖਿਆ। ਰਪੰਜ਼ਲ, ਮੇਰੀ ਸੋਹਣੀ ਬੱਚੀ। ਚੁੜੈਲ ਨੂੰ ਹੀ ਆਪਣੀ ਮਾਂ ਮੰਨ ਕੇ ਰਪੰਜ਼ਲ ਨੇ ਉਸ ਟਾਵਰ ਵਿੱਚ ਆਪਣਾ ਜੀਵਨ ਜੀਣਾ ਸ਼ੁਰੂ ਕਰ ਦਿੱਤਾ। ਦਿਨ ਦੇ ਵੇਲੇ ਰਪੰਜ਼ਲ ਟਾਵਰ ਤੋਂ ਥੱਲੇ ਉਤਰ ਕੇ ਮਹਿਲ ਦੇ ਸਾਹਮਣੇ ਖੇਡਿਆ ਕਰਦੀ ਤੇ ਰਾਤ ਨੂੰ ਦੁਬਾਰਾ ਟਾਵਰ ਦੀ ਆਖਰੀ ਮੰਜ਼ਲ ਤੇ ਆਪਣੇ ਛੋਟੇ ਜਿਹੇ ਕਮਰੇ ਵਿੱਚ ਵਾਪਸ ਆ ਜਾਂਦੀ। ਚੁੜੈਲ ਨੇ ਰਪੰਜ਼ਲ ਦੇ ਸੁਨਹਿਰੇ ਵਾਲ ਕਦੇ ਨਹੀਂ ਕੱਟੇ। ਉਹ ਰੋਜ਼ ਉਹਦੇ ਵਾਲਾਂ ਵਿੱਚ ਚੰਗੀ ਤਰ੍ਹਾਂ ਕੰਘੀ ਕਰਦੀ। ਛੋਟੀ ਬੱਚੀ ਨੂੰ ਇਹ ਬਹੁਤ ਪਸੰਦ ਸੀ। ਦਿਨ ਗੁਜ਼ਰਦੇ ਗਏ। ਰਪੰਜ਼ਲ ਹੁਣ ਵੱਡੀ ਹੋ ਗਈ ਸੀ ਤੇ ਹੁਣ ਉਹ ਇੱਕ ਜਵਾਨ ਕੁੜੀ ਬਣ ਗਈ ਸੀ। ਇੱਕ ਦਿਨ ਚੁੜੈਲ ਟਾਵਰ ਦੇ ਕੋਲ ਗਈ ਤੇ ਰਪੰਜ਼ਲ ਨੂੰ ਬਾਹਰ ਸੱਦਿਆ। ਰਪੰਜ਼ਲ, ਮੇਰੀ ਸੋਹਣੀ ਧੀ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ। ਉਹਦੇ ਵਾਲ ਹੁਣ ਥੱਲੇ ਜ਼ਮੀਨ ਤੱਕ ਪਹੁੰਚ ਰਹੇ ਸੀ। ਬਹੁਤ ਵਧੀਆ। ਚੁੜੈਲ ਟਾਵਰ ਦੀ ਪੌੜੀਆਂ ਤੱਕ ਪਹੁੰਚ ਗਈ। ਫਿਰ ਆਖਰੀ ਪੌੜੀ ਤੇ ਖੜੇ ਹੋ ਕੇ ਉਹਨੇ ਕੁਝ ਜਾਦੂਈ ਸ਼ਬਦ ਕਹੇ ਤੇ ਪੌੜੀਆਂ ਡਿੱਗਣ ਲੱਗੀਆਂ। ਦੁਨੀਆ ਦੇ ਕੋਈ ਵੀ ਬੋਲ ਇਹਨਾਂ ਪੌੜੀਆਂ ਨੂੰ ਫਿਰ ਤੋਂ ਨਹੀਂ ਲਿਆ ਸਕਦੇ। ਜੋ ਵੀ ਹੋ ਰਿਹਾ ਸੀ ਉਹਨੂੰ ਹੈਰਾਨੀ ਨਾਲ ਵੇਖਦੇ ਹੋਏ ਰਪੰਜ਼ਲ ਸਮਝ ਗਈ ਸੀ ਕਿ ਉਹ ਟਾਵਰ ਤੋਂ ਥੱਲੇ ਕਦੇ ਨਹੀਂ ਉਤਰ ਸਕਦੀ। ਚੁੜੈਲ ਰੋਜ਼ ਟਾਵਰ ਤੋਂ ਥੱਲੇ ਉਤਰਨ ਦੇ ਲਈ ਰਪੰਜ਼ਲ ਦੇ ਵਾਲਾਂ ਦਾ ਇਸਤੇਮਾਲ ਕਰਦੀ ਤੇ ਸ਼ਾਮ ਨੂੰ ਵੀ ਟਾਵਰ ਦੇ ਥੱਲੇ ਆ ਕੇ ਰਪੰਜ਼ਲ ਨੂੰ ਸੱਦਦੀ। ਰਪੰਜ਼ਲ, ਰਪੰਜ਼ਲ, ਆਪਣੇ ਵਾਲ ਥੱਲੇ ਸੁੱਟ, ਤੇਰੀ ਮਾਂ ਆਈ ਏ। ਉਹਦੀ ਆਵਾਜ਼ ਸੁਣ ਕੇ ਰਪੰਜ਼ਲ ਆਪਣੇ ਵਾਲ ਥੱਲੇ ਸੁੱਟਦੀ ਤੇ ਉਹਨਾਂ ਵਾਲਾਂ ਦੇ ਸਹਾਰੇ ਚੜ੍ਹਦੇ ਹੋਏ ਚੁੜੈਲ ਉੱਤੇ ਆ ਜਾਂਦੀ। ਮਾਂ, ਤੂੰ ਮੈਨੂੰ ਟਾਵਰ ਦੇ ਬਾਹਰ ਕਿਉਂ ਨਹੀਂ ਜਾਣ ਦਿੰਦੀ? ਤੂੰ ਮੈਨੂੰ ਇੱਥੇ ਕਿਉਂ ਰੱਖਿਆ ਹੈ? ਮੇਰੀ ਪਿਆਰੀ ਧੀਏ, ਮੈਂ ਤੈਨੂੰ ਬਹੁਤ ਪਿਆਰ ਕਰਦੀ ਆਂ, ਇਸ ਕਰਕੇ ਤੈਨੂੰ ਦੁਨੀਆ ਦੀ ਬੁਰਾਈ ਤੋਂ ਬਚਾਉਣਾ ਚਾਹੁੰਦੀ ਆਂ। ਰਪੰਜ਼ਲ ਸਾਰਾ ਦਿਨ ਗਾਣ ਵਿੱਚ ਅਤੇ ਜੋ ਪੰਛੀ ਉਹਦੀ ਬਾਰੀ ਤੇ ਆ ਕੇ ਬੈਠਦੇ ਸੀ ਉਹਨਾਂ ਨਾਲ ਗੱਲਾਂ ਕਰਦੇ ਹੋਏ ਗੁਜ਼ਾਰਦੀ। ਦੂਜੇ ਪਾਸੇ ਜੋ ਬੱਚਾ ਉਸੇ ਦਿਨ ਰਾਜ ਮਹਿਲ ਵਿੱਚ ਪੈਦਾ ਹੋਇਆ ਸੀ ਉਹ ਵੀ ਹੁਣ ਜਵਾਨ ਹੋ ਗਿਆ ਸੀ। ਰਾਜਾ ਹੁਣ ਬੁੱਢਾ ਹੋ ਚੱਲਿਆ ਸੀ ਅਤੇ ਉਹ ਚਾਹੁੰਦਾ ਸੀ ਕਿ ਹੁਣ ਉਹਦਾ ਜਵਾਨ ਬੇਟਾ ਉਹਦੀ ਗੱਦੀ ਸੰਭਾਲੇ, ਰਾਜਕੁਮਾਰੀ ਨਾਲ ਵਿਆਹ ਕਰੇ ਤੇ ਉਸ ਨੂੰ ਪੋਤਰਾ ਦੇਵੇ। ਬਾਕੀ ਰਾਜਾਂ ਦੀ ਕਈ ਰਾਜਕੁਮਾਰੀਆਂ ਮਹਿਲ ਵਿੱਚ ਆ ਕੇ ਜਾਂਦੀਆਂ, ਪਰ ਰਾਜਕੁਮਾਰ ਨੂੰ ਕੋਈ ਵੀ ਆਪਣੀ ਪਤਨੀ ਦੇ ਰੂਪ ਵਿੱਚ ਨਹੀਂ ਪਾਈ। ਆਖਰ ਰਾਜਕੁਮਾਰ ਇੱਕ ਲੰਮੀ ਯਾਤਰਾ ਤੇ ਨਿਕਲ ਪਿਆ ਆਪਣੇ ਅਸਲੀ ਪਿਆਰ ਦੀ ਖੋਜ ਵਿੱਚ। ਜਦੋਂ ਜੰਗਲ ਦੇ ਕੋਲ ਪਹੁੰਚਿਆ ਜਿੱਥੇ ਉਹ ਟਾਵਰ ਬਣਿਆ ਹੋਇਆ ਲੁਕਿਆ ਹੋਇਆ ਸੀ, ਉਹਨੇ ਆਪਣੇ ਆਦਮੀਆਂ ਨੂੰ ਪੁੱਛਿਆ, ਮੈਂ ਇਸ ਜੰਗਲ ਵਿੱਚੋਂ ਕਦੇ ਨਹੀਂ ਗਿਆ। ਚਲੋ ਅੱਜ ਇਸ ਜੰਗਲ ਤੋਂ ਲੰਘਦੇ ਹਾਂ, ਸ਼ਾਇਦ ਸਾਨੂੰ ਕੋਈ ਵਧੀਆ ਰਸਤਾ ਮਿਲ ਜਾਵੇ। ਰਾਜਕੁਮਾਰ, ਇਹ ਜਾਦੂਈ ਜੰਗਲ ਹੈ। ਅਸੀਂ ਸੁਣਿਆ ਕਿ ਜੋ ਵੀ ਇਹਦੇ ਅੰਦਰ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ। ਇਸ ਤਰ੍ਹਾਂ ਤੂੰ ਕਹਿ ਰਿਹਾ ਹੈ, ਸ਼ਾਇਦ ਇਹ ਕੋਈ ਅਫਵਾਹ ਹੋਵੇ। ਆਪ ਚੱਲ ਕੇ ਵੇਖਦੇ ਹਾਂ। ਰਾਜਕੁਮਾਰ ਅਤੇ ਉਹਦੇ ਆਦਮੀ ਜੰਗਲ ਵਿੱਚ ਦਾਖਲ ਹੋਏ। ਰਾਜਕੁਮਾਰ ਨੂੰ ਖੁਦ ਤੇ ਭਰੋਸਾ ਸੀ, ਪਰ ਉਹਦੇ ਆਦਮੀਆਂ ਨੂੰ ਨਹੀਂ। ਕੁਝ ਦੇਰ ਬਾਅਦ ਉਹਨਾਂ ਨੂੰ ਉਹ ਟਾਵਰ ਨਜ਼ਰ ਆਇਆ ਜਿੱਥੇ ਰਪੰਜ਼ਲ ਰਹਿੰਦੀ ਸੀ। ਫਿਰ ਉਹਨਾਂ ਨੇ ਰਪੰਜ਼ਲ ਦਾ ਗਾਣਾ ਸੁਣਿਆ। La 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 la
ਕਿੰਨੀ ਮਿੱਠੀ ਆਵਾਜ਼ ਹੈ। ਟਾਵਰ ਦੇ ਨੇੜੇ ਪਹੁੰਚ ਕੇ ਰਾਜਕੁਮਾਰ ਨੇ ਉਹਦਾ ਗਾਣਾ ਸੁਣਿਆ ਤੇ ਕੁਝ ਦੇਰ ਤੱਕ ਉਹਦੀ ਸੁੰਦਰਤਾ ਨੂੰ ਨਿਹਾਰਦਾ ਰਿਹਾ। ਉਸੇ ਵੇਲੇ ਚੁੜੈਲ ਉੱਥੇ ਆਈ ਤੇ ਉਹਨੇ ਰਪੰਜ਼ਲ ਨੂੰ ਸੱਦਿਆ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਚੁੜੈਲ ਦੀ ਆਵਾਜ਼ ਸੁਣ ਕੇ ਰਪੰਜ਼ਲ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੁੱਟੇ ਤੇ ਉਹ ਚੁੜੈਲ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਅੱਛਾ, ਰਾਜਕੁਮਾਰ ਨੇ ਕੁਝ ਸਮਾਂ ਟਾਵਰ ਦੇ ਆਲੇ ਦੁਆਲੇ ਘੁੰਮਣ ਦਾ ਫੈਸਲਾ ਕੀਤਾ ਅਤੇ ਰਪੰਜ਼ਲ ਨੂੰ ਵੇਖਦਾ ਰਿਹਾ। ਚੁੜੈਲ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਹਰ ਸਵੇਰੇ ਥੱਲੇ ਆਂਦੀ ਅਤੇ ਰਾਤ ਨੂੰ ਉੱਤੇ ਚੜ੍ਹਦੀ। ਰਪੰਜ਼ਲ, ਆਪਣੇ ਸੁਨਹਿਰੇ ਵਾਲ ਥੱਲੇ ਸੁੱਟ। ਆਖਰ ਇੱਕ ਦਿਨ ਰਾਜਕੁਮਾਰ ਆਪਣੀ ਸਾਰੀ ਹਿੰਮਤ ਜੁਟਾ ਕੇ ਜਦੋਂ ਚੁੜੈਲ ਉੱਥੇ ਨਹੀਂ ਸੀ, ਟਾਵਰ ਦੇ ਕੋਲ ਗਿਆ ਅਤੇ ਪੁਕਾਰਿਆ, ਰਪੰਜ਼ਲ, ਰਪੰਜ਼ਲ। ਰਪੰਜ਼ਲ ਪਹਿਲੀ ਵਾਰ ਆਪਣੀ ਮਾਂ ਤੋਂ ਇਲਾਵਾ ਕਿਸੇ ਹੋਰ ਦੀ ਆਵਾਜ਼ ਸੁਣ ਰਹੀ ਸੀ। ਪਹਿਲਾਂ ਉਹ ਝਿਜਕ ਰਹੀ ਸੀ, ਪਰ ਬਾਅਦ ਵਿੱਚ ਉਹ ਉਤਸੁਕ ਸੀ ਇਹ ਦੇਖਣ ਲਈ ਕਿ ਕੌਣ ਹੋ ਸਕਦਾ ਹੈ। ਇਸ ਲਈ ਉਹਨੇ ਬਾਰੀ ਤੋਂ ਥੱਲੇ ਵੇਖਿਆ। ਉਹਨੇ ਵੇਖਿਆ ਕਿ ਇੱਕ ਨੌਜਵਾਨ ਮੁੰਡਾ ਥੱਲਿਓਂ ਉਹਦੇ ਵੱਲ ਵੇਖ ਰਿਹਾ ਸੀ। ਤੂੰ ਕੌਣ ਹੈ ਤੇ ਤੈਨੂੰ ਮੇਰੇ ਨਾਂ ਦਾ ਕਿਵੇਂ ਪਤਾ? ਮੈਂ ਇਸ ਰਾਜ ਦਾ ਰਾਜਕੁਮਾਰ ਹਾਂ। ਮੈਂ ਤੇਰੀ ਮਨਮੋਹਣੀ ਆਵਾਜ਼ ਸੁਣੀ ਤੇ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ। ਮੈਨੂੰ ਅਣਜਾਣ ਲੋਕਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਹੈ। ਤੈਨੂੰ ਮੇਰੇ ਕੋਲੋਂ ਕੋਈ ਖਤਰਾ ਨਹੀਂ। ਮੈਂ ਵਾਅਦਾ ਕਰਦਾ ਹਾਂ, ਕਿਰਪਾ ਕਰਕੇ ਥੱਲੇ ਆ ਤਾਂ ਕਿ ਅਸੀਂ ਗੱਲ ਕਰ ਸਕੀਏ। ਮੈਂ ਨਹੀਂ ਆ ਸਕਦੀ, ਇੱਥੇ ਪੌੜੀਆਂ ਨਹੀਂ ਨੇ। ਉਸੇ ਵੇਲੇ ਰਪੰਜ਼ਲ ਨੇ ਚੁੜੈਲ ਮਾਂ ਨੂੰ ਆਂਦੇ ਵੇਖਿਆ। ਛੇਤੀ ਚਲੇ ਜਾਓ ਇੱਥੋਂ, ਨਹੀਂ ਤਾਂ ਮੇਰੀ ਮਾਂ ਤੁਹਾਨੂੰ ਵੇਖ ਲਵੇਗੀ। ਰਾਜਕੁਮਾਰ ਫਟਾਫਟ ਪੇੜ ਦੇ ਪਿੱਛੇ ਲੁਕ ਗਿਆ। ਟਾਵਰ ਦੇ ਕੋਲ ਪਹੁੰਚ ਕੇ ਚੁੜੈਲ ਨੇ ਪੁਕਾਰਿਆ ਤੇ ਰਪੰਜ਼ਲ ਦੇ ਵਾਲਾਂ ਦੇ ਸਹਾਰੇ ਉੱਤੇ ਚੜ ਗਈ। ਰਾਜਕੁਮਾਰ ਰੋਜ਼ ਆਣ ਲੱਗਿਆ। ਹੁਣ ਉਹ ਦੋਸਤ ਬਣ ਗਏ ਸੀ। ਹੁਣ ਤੱਕ ਉਹ ਜਾਣ ਚੁੱਕੀ ਸੀ ਕਿ ਉਹਨੂੰ ਰਾਜਕੁਮਾਰ ਤੋਂ ਕੋਈ ਖਤਰਾ ਨਹੀਂ, ਇਸ ਲਈ ਉਹਨੇ ਆਪਣੇ ਵਾਲ ਥੱਲੇ ਸੁੱਟੇ। ਰਾਜਕੁਮਾਰ ਉਹਦੇ ਵਾਲਾਂ ਦੇ ਸਹਾਰੇ ਸਹਾਰੇ ਉੱਤੇ ਚੜ ਗਿਆ। ਰਪੰਜ਼ਲ ਬਹੁਤ ਖੁਸ਼ ਸੀ। ਉਹਨੇ ਪਹਿਲਾਂ ਕਦੇ ਕੋਈ ਆਦਮੀ ਨਹੀਂ ਵੇਖਿਆ ਸੀ ਅਤੇ ਅੱਜ ਰਾਜਕੁਮਾਰ ਉਹਦੇ ਸਾਹਮਣੇ ਖੜਾ ਸੀ। ਤੇਰੀ ਮਾਂ ਨੇ ਤੈਨੂੰ ਇਸ ਟਾਵਰ ਵਿੱਚ ਬੰਦ ਕਰਕੇ ਕਿਉਂ ਰੱਖਿਆ ਹੈ? ਮਾਂ ਮੈਨੂੰ ਕਹਿੰਦੀ ਹੈ ਕਿ ਇਹ ਦੁਨੀਆ ਬੁਰਾਈ ਨਾਲ ਭਰੀ ਹੋਈ ਹੈ। ਉਹ ਮੇਰੀ ਰੱਖਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤੇ ਹੱਸਣ ਵਾਲੀ ਗੱਲ ਹੈ। ਭਲਾ ਕਦੀ ਕੋਈ ਮਾਂ ਵੀ ਆਪਣੀ ਧੀ ਨੂੰ ਅਜਿਹੀ ਥਾਂ ਤੇ ਬੰਦੀ ਬਣਾ ਕੇ ਰੱਖੇਗੀ? ਹਾਂ, ਇਹ ਸੱਚ ਹੈ ਕਿ ਦੁਨੀਆ ਵਿੱਚ ਬੁਰਾਈ ਹੈ, ਪਰ ਫਿਰ ਵੀ ਸੁੰਦਰਤਾ ਵੀ ਤਾਂ ਕੋਈ ਚੀਜ਼ ਹੈ ਨਾ। ਰਪੰਜ਼ਲ ਇਹ ਵੇਖਣ ਦੇ ਲਈ ਉਤਸੁਕ ਸੀ ਕਿ ਕੀ ਰਾਜਕੁਮਾਰ ਜੋ ਕਹਿ ਰਿਹਾ ਉਹ ਸੱਚ ਹੈ, ਅਤੇ ਉਹ ਵੀ ਬਾਹਰ ਦੀ ਦੁਨੀਆ ਨੂੰ ਵੇਖਣਾ ਤੇ ਜਾਣਨਾ ਚਾਹੁੰਦੀ ਸੀ। ਆਖਰਕਾਰ ਉਹਨਾਂ ਨੇ ਆਪਣਾ ਮਨ ਬਣਾ ਲਿਆ ਤੇ ਇਕੱਠੇ ਭੱਜਣ ਦਾ ਫੈਸਲਾ ਕੀਤਾ। ਉਸ ਰਾਤ ਜਦੋਂ ਚੁੜੈਲ ਟਾਵਰ ਤੇ ਪਹੁੰਚੀ, ਉਹਨੇ ਰਪੰਜ਼ਲ ਦੇ ਵਾਲ ਥੱਲੇ ਸੁੱਟੇ ਹੋਏ ਵੇਖੇ। ਰਪੰਜ਼ਲ ਨੇ ਮੈਨੂੰ ਆਂਦੇ ਹੋਏ ਵੇਖ ਲਿਆ, ਸ਼ਾਇਦ ਇਸੇ ਕਰਕੇ ਵਾਲ ਥੱਲੇ ਸੁੱਟੇ ਨੇ। ਟਾਵਰ ਚੜ੍ਹਨ ਤੋਂ ਬਾਅਦ ਉਹਨੇ ਵੇਖਿਆ ਕਿ ਰਪੰਜ਼ਲ ਦੇ ਵਾਲ ਕੱਟ ਕੇ ਬਾਰੀ ਦੇ ਨਾਲ ਬੰਨੇ ਹੋਏ ਸੀ ਤੇ ਰਪੰਜ਼ਲ ਕਿਧਰੇ ਵੀ ਨਹੀਂ ਸੀ। ਉਸੇ ਪਲ ਉਹਨੂੰ ਅਹਿਸਾਸ ਹੋਇਆ ਕਿ ਰਪੰਜ਼ਲ ਭੱਜ ਗਈ ਹੈ। ਰਪੰਜ਼ਲ ਨੇ ਆਪਣੇ ਵਾਲ ਕੱਟ ਕੇ ਬਾਰੀ ਨਾਲ ਬੰਨ੍ਹ ਦਿੱਤੇ ਸੀ ਤੇ ਉਸੇ ਦੇ ਸਹਾਰੇ ਉਹ ਤੇ ਰਾਜਕੁਮਾਰ ਟਾਵਰ ਤੋਂ ਥੱਲੇ ਉਤਰੇ ਸੀ। ਰਪੰਜ਼ਲ, ਰਪੰਜ਼ਲ, ਤੂੰ ਮੈਨੂੰ ਧੋਖਾ ਦੇਣ ਦੀ ਹਿੰਮਤ ਕਿਵੇਂ ਕੀਤੀ? ਇਸੇ ਦਰਮਿਆਨ ਰਪੰਜ਼ਲ ਤੇ ਰਾਜਕੁਮਾਰ ਉਸ ਜਾਦੂਈ ਜੰਗਲ ਤੋਂ ਬਾਹਰ ਆਏ। ਜੰਗਲ ਜਾਦੂਈ ਹੋਣ ਦੀ ਕਹਾਣੀ ਚੁੜੈਲ ਦੀ ਬਣਾਈ ਹੋਈ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕੋਈ ਉੱਥੇ ਆ ਕੇ ਰਪੰਜ਼ਲ ਨੂੰ ਵੇਖੇ। ਰਪੰਜ਼ਲ ਤੇ ਰਾਜਕੁਮਾਰ ਆਖਰਕਾਰ ਮਹਿਲ ਵਿੱਚ ਪਹੁੰਚੇ। ਰਪੰਜ਼ਲ ਦੇ ਨਾਲ ਰਾਜਕੁਮਾਰ ਰਾਜਾ ਤੇ ਰਾਣੀ ਦੇ ਸਾਹਮਣੇ ਗਿਆ ਤੇ ਵੇਖਿਆ ਕਿ ਰਾਜਾ ਇੱਕਦਮ ਸਿਹਤਮੰਦ ਉਹਦੇ ਸਾਹਮਣੇ ਖੜੇ ਸੀ। ਪਿਤਾ ਜੀ, ਤੁਸੀਂ ਬਿਲਕੁਲ ਤੰਦਰੁਸਤ ਹੋ ਗਏ ਹੋ। ਇਹ ਕਿਵੇਂ ਹੋਇਆ? ਇੱਕ ਜੜੀ ਬੂਟੀ ਨੇ ਤੇਰੇ ਪਿਤਾ ਜੀ ਨੂੰ ਸਿਹਤਮੰਦ ਕੀਤਾ ਮੇਰੇ ਪੁੱਤਰ। ਕੀ ਕਹਿੰਦੇ ਨੇ ਉਸਨੂੰ?
ਰਪੰਜ਼ਲ ਰਪੰਜ਼ਲ? ਰਾਜਕੁਮਾਰ ਨੇ ਉਹਨਾਂ ਨੂੰ ਸਭ ਦੱਸਿਆ ਜੋ ਵੀ ਉਹਦੇ ਨਾਲ ਹੋਇਆ ਸੀ। ਰਾਜਾ ਨੇ ਦੱਸਿਆ ਕਿ ਇੱਕ ਬੁੱਢੇ ਜਨਾਨੀ ਆਦਮੀ ਨੇ ਉਹਨਾਂ ਨੂੰ ਉਹ ਜੜੀ ਬੂਟੀ ਦਿੱਤੀ ਸੀ ਤੇ ਉਹਨਾਂ ਨੂੰ ਬੁਰੀ ਚੁੜੈਲ ਦੀ ਕਹਾਣੀ ਵੀ ਸੁਣਾਈ ਕਿ ਕਿਵੇਂ ਉਹ ਉਹਨਾਂ ਦੀ ਬੇਟੀ ਨੂੰ ਪੈਦਾ ਹੁੰਦੇ ਹੀ ਲੈ ਗਈ ਸੀ। ਰਾਜਕੁਮਾਰ ਤੇ ਰਪੰਜ਼ਲ ਉਸ ਬੁੱਢੇ ਜਨਾਨੀ ਆਦਮੀ ਦੇ ਘਰ ਗਏ। ਜਿਵੇਂ ਹੀ ਉਸ ਜਨਾਨੀ ਨੇ ਸੁਨਹਿਰੇ ਵਾਲਾਂ ਵਾਲੀ ਕੁੜੀ ਨੂੰ ਵੇਖਿਆ, ਉਹਨੇ ਪਛਾਣ ਲਿਆ ਕਿ ਉਹ ਉਹਨਾਂ ਦੀ ਹੀ ਧੀ ਰਪੰਜ਼ਲ ਹੈ, ਜਿਸ ਨੂੰ ਚੁੜੈਲ ਉਹਨਾਂ ਦੇ ਕੋਲੋਂ ਖੋ ਕੇ ਲੈ ਗਈ ਸੀ। ਮੇਰੀ ਧੀ, ਮੇਰੀ ਬੱਚੀ, ਆਖਰ ਤੂੰ ਮੈਨੂੰ ਮਿਲ ਹੀ ਗਈ। ਪੂਰੀ ਕਹਾਣੀ ਸੁਣ ਕੇ ਰਪੰਜ਼ਲ ਸਮਝ ਗਈ ਕਿ ਇਹ ਉਸਦੇ ਹੀ ਮਾਪਿਓ ਹਨ। ਉਹ ਉਹਨਾਂ ਦੀ ਗੱਲ ਜਾ ਲੱਗੀ। ਰਾਜਕੁਮਾਰ ਤੇ ਰਪੰਜ਼ਲ ਦਾ ਵਿਆਹ ਹੋਇਆ ਤੇ ਉਹ ਖੁਸ਼ੀ-ਖੁਸ਼ੀ ਰਹਿਣ ਲੱਗੇ। ਤਾਂ ਟਾਵਰ ਵਿੱਚ ਫਸੀ ਚੁੜੈਲ ਦੇ ਨਾਲ ਕੀ ਹੋਇਆ? ਰਾਜਾ ਨੇ ਚੁੜੈਲ ਨੂੰ ਫੜਿਆ ਤੇ ਉਸੇ ਟਾਵਰ ਵਿੱਚ ਕੈਦ ਕਰ ਦਿੱਤਾ ਤੇ ਟਾਵਰ ਦੇ ਥੱਲੇ ਸੈਨਿਕ ਤੈਨਾਤ ਕਰ ਦਿੱਤੇ ਤਾਂ ਜੋ ਚੁੜੈਲ ਉੱਥੋਂ ਭੱਜ ਨਾ ਸਕੇ। ਚੁੜੈਲ ਦੇ ਨਾਲ ਹੀ ਉਹਦੇ ਗਹਿਰੇ ਜਾਦੂਈ ਰਹੱਸ ਵੀ ਗਾਇਬ ਹੋ ਗਏ। ਇੱਕ ਸਮੇਂ ਦੀ ਗੱਲ ਹੈ। ਜੰਗਲ ਵਿੱਚ ਇੱਕ ਨਿੱਕੇ ਜਿਹੇ ਘਰ ਵਿੱਚ ਮਦਰ ਗੋਟ ਅਤੇ ਉਹਨਾਂ ਦੀਆਂ ਪਿਆਰੀਆਂ ਲਿਟਲ ਗੋਟਸ ਮौज ਮਸਤੀ ਨਾਲ ਰਹਿੰਦੀਆਂ ਸੀ। ਲਿਟਲ ਗੋਟਸ ਬਹੁਤ ਪਿਆਰੀਆਂ ਲੱਗਦੀਆਂ ਸੀ, ਖਿਡੌਣਿਆਂ ਵਰਗੀਆਂ, ਸਾਰੀਆਂ ਮਾਵਾਂ ਦੀ ਤਰ੍ਹਾਂ। ਮਦਰ ਗੋਟ ਵੀ ਆਪਣੇ ਜਵਾਕਾਂ ਨਾਲ ਬਹੁਤ ਪਿਆਰ ਕਰਦੀ ਸੀ। ਉਹ ਸਾਰੇ ਜੰਗਲੀ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦੀ ਸੀ। ਇੱਕ ਦਿਨ ਖਾਣਾ ਲੱਭਣ ਬਾਹਰ ਜਾਣ ਤੋਂ ਪਹਿਲਾਂ ਉਹਨੇ ਆਪਣੀ ਲਿਟਲ ਗੋਟਸ ਨੂੰ ਕੋਲ ਬੁਲਾਇਆ ਅਤੇ ਕਿਹਾ, ਮੇਰੇ ਪਿਆਰੇ ਜਵਾਕੋ, ਮੈਂ ਜੰਗਲ ਵਿੱਚ ਜਾ ਰਹੀ ਹਾਂ। ਕਿਸੇ ਲਈ ਵੀ ਬੂਹਾ ਨਾ ਖੋਲਣਾ। ਜੇ ਭੇੜੀਆ ਅੰਦਰ ਆ ਗਿਆ ਤਾਂ ਸਾਨੂੰ ਸਾਰਿਆਂ ਨੂੰ ਖਾ ਜਾਵੇਗਾ। ਉਹ ਭੇਸ ਬਦਲ ਕੇ ਤੁਹਾਨੂੰ ਠੱਗਣਾ ਚਾਹੇਗਾ। ਪਰ ਅਸੀਂ ਉਹਨੂੰ ਪਛਾਣਾਂਗੇ ਕਿਵੇਂ? ਭੇੜੀਏ ਦੀ ਆਵਾਜ਼ ਬਹੁਤ ਰੁੱਖੀ ਹੈ ਅਤੇ ਮੇਰੀ ਆਵਾਜ਼ ਬਹੁਤ ਮਿੱਠੀ। ਰੁੱਖੀ ਆਵਾਜ਼ ਸੁਣ ਕੇ ਤੁਸੀਂ ਸਮਝ ਜਾਣਾ ਕਿ ਉਹ ਭੇੜੀਆ ਹੀ ਹੈ। ਇਹ ਬੋਲ ਕੇ ਨਿਕਲਦੇ ਸਮੇਂ ਮਦਰ ਗੋਟ ਨੂੰ ਕੁਝ ਯਾਦ ਆਇਆ ਅਤੇ ਉਹਨੇ ਮੁੜ ਕੇ ਕਿਹਾ, ਇੱਕ ਹੋਰ ਗੱਲ, ਭੇੜੀਏ ਦੇ ਪੈਰ ਕਾਲੇ ਨੇ ਅਤੇ ਮੇਰੇ ਚਿੱਟੇ, ਤੇ ਤੁਸੀਂ ਪੈਰ ਵੇਖ ਕੇ ਵੀ ਪਛਾਣ ਸਕਦੇ ਹੋ। ਡੋਂਟ ਵਰੀ ਮੰਮੀ, ਅਸੀਂ ਵੱਡੇ ਹੋ ਗਏ ਹਾਂ, ਅਸੀਂ ਸਾਂਭ ਲਵਾਂਗੇ। ਮਦਰ ਗੋਟ ਨੇ ਇੱਕ ਕਰਕੇ ਆਪਣੇ ਸਾਰੇ ਜਵਾਕਾਂ ਨੂੰ ਚੁੰਮਿਆ ਅਤੇ ਫੇਰ ਜੰਗਲ ਵੱਲ ਤੁਰ ਪਈ। ਭੇੜੀਆ ਇਹ ਸਭ ਕੁਝ ਵੇਖ ਰਿਹਾ ਸੀ ਦੂਰੋਂ। ਮਦਰ ਗੋਟ ਦੇ ਜਾਣ ਪਿੱਛੋਂ ਉਹ ਥੋੜੀ ਦੇਰ ਹੋਰ ਰੁਕਿਆ ਅਤੇ ਫਿਰ ਉਹਨਾਂ ਦੇ ਘਰ ਪਹੁੰਚ ਕੇ ਬੂਹੇ ਤੇ ਨੌਕ ਕਰਨ ਲੱਗ ਪਿਆ। ਕੌਣ ਹੈ ਉੱਥੇ? ਮੇਰੇ ਪਿਆਰੇ ਬੱਚੋ, ਚਲੋ ਦਰਵਾਜ਼ਾ ਖੋਲੋ। ਵੇਖੋ, ਤੁਹਾਡੀ ਮੰਮੀ ਤੁਹਾਡੇ ਲਈ ਖਾਣਾ ਲੈ ਕੇ ਆਈ ਹੈ। ਪਰ ਲਿਟਲ ਗੋਟਸ ਨੇ ਭੇੜੀਏ ਦੀ ਭਾਰੀ ਆਵਾਜ਼ ਪਛਾਣ ਲਈ। ਬੂਹੇ ਦੇ ਦੂਜੇ ਪਾਸਿਓਂ ਉਹ ਸਭ ਚਿল্ਲਾਏ, ਤੁਸੀਂ ਸਾਡੀ ਮੰਮੀ ਨਹੀਂ ਹੋ। ਉਹਨਾਂ ਦੀ ਆਵਾਜ਼ ਬਹੁਤ ਪਿਆਰੀ ਅਤੇ ਮਿੱਠੀ ਹੈ। ਤੂੰ ਸਾਨੂੰ ਬੁੱਧੂ ਨਹੀਂ ਬਣਾ ਸਕਦਾ ਭੇੜੀਏ। ਭੇੜੀਏ ਨੂੰ ਬਹੁਤ ਗੁੱਸਾ ਆਇਆ ਕਿਉਂਕਿ ਉਹ ਲਿਟਲ ਗੋਟਸ ਨੂੰ ਠੱਗ ਨਹੀਂ ਸਕਿਆ ਤੇ ਉਹਨੇ ਇੱਕ ਚੌਕ ਦਾ ਪੀਸ ਖਾ ਲਿੱਤਾ। ਹੁਣ ਉਹਦੀ ਆਵਾਜ਼ ਭੋਰਾ ਮਿੱਠੀ ਹੋ ਗਈ ਤੇ ਉਹ ਫੇਰ ਉਹਨਾਂ ਦੇ ਘਰ ਗਿਆ ਅਤੇ ਨੌਕ ਕੀਤਾ। ਇਸ ਵਾਰੀ ਭੇੜੀਏ ਨੇ ਆਪਣੀ ਮਿੱਠੀ ਆਵਾਜ਼ ਵਿੱਚ ਗੱਲ ਕੀਤੀ, ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ। ਮੈਂ ਤੁਹਾਡੀ ਮੰਮੀ ਆ। ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ। ਇਸ ਬਾਰੇ ਮਿੱਠੀ ਆਵਾਜ਼ ਸੁਣ ਕੇ ਲਿਟਲ ਗੋਟਸ ਨੂੰ ਲੱਗਿਆ ਕਿ ਇਹ ਉਹਨਾਂ ਦੀ ਮੰਮੀ ਹੀ ਹੈ। ਬੂਹਾ ਖੋਲਣ ਹੀ ਵਾਲੇ ਸੀ ਕਿ ਉਹਨਾਂ ਵਿੱਚੋਂ ਇੱਕ ਚਿল্ਲਾਇਆ, ਰੁਕੋ ਰੁਕੋ, ਪਹਿਲਾਂ ਬੂਹੇ ਥੱਲੋਂ ਪੈਰ ਵੇਖਦੇ ਹਾਂ। ਜਦੋਂ ਉਹਨਾਂ ਨੇ ਵੇਖਿਆ ਤਾਂ ਭੇੜੀਏ ਦੇ ਕਾਲੇ ਪੈਰ ਦਿਸੇ ਅਤੇ ਉਹ ਸਾਰੇ ਚਿল্ਲਾਣ ਲੱਗ ਪਏ, ਅਸੀਂ ਬੂਹਾ ਨਹੀਂ ਖੋਲਾਂਗੇ। ਮੰਮੀ ਦੇ ਪੈਰ ਕਾਲੇ ਨਹੀਂ ਨੇ, ਉਹਨਾਂ ਦੇ ਪੈਰ ਚਿੱਟੇ ਨੇ। ਤੁਸੀਂ ਭੇੜੀਆ ਹੋ। ਆਪਣਾ ਗੁੱਸਾ ਪੀ ਕੇ ਭੇੜੀਆ ਉੱਥੋਂ ਨਿਕਲਿਆ। ਹੁਣ ਉਹ ਬੇਕਰੀ ਗਿਆ। ਬੇਕਰ ਭੇੜੀਏ ਨੂੰ ਵੇਖ ਕੇ ਹੈਰਾਨ ਰਹਿ ਗਿਆ। ਮੈਂ ਹੁਣ ਸ਼ਾਕਾਹਾਰੀ ਹੋ ਗਿਆ ਹਾਂ। ਹੁਣ ਤੋਂ ਪੈਸਟਰੀ ਖਾਵਾਂਗਾ। ਥੋੜਾ ਆਟਾ ਦਿਓਗੇ?
ਭੇੜੀਆ ਬੇਕਰੀ ਤੋਂ ਆਟਾ ਲੈ ਕੇ ਨਿਕਲਿਆ। ਘਰ ਦੇ ਨੇੜੇ ਆ ਕੇ ਆਟਾ ਉਹਨੇ ਆਪਣੇ ਪੈਰਾਂ ਤੇ ਮਲ ਲਿਆ। ਹੁਣ ਉਹਦੇ ਪੈਰ ਚਿੱਟੇ ਹੋ ਗਏ। ਹੁਣ ਤੀਜੀ ਵਾਰੀ ਚਲਾਕ ਭੇੜੀਏ ਨੇ ਬੂਹੇ ਉੱਤੇ ਨੌਕ ਕੀਤਾ। ਮੇਰੇ ਪਿਆਰੇ ਬੱਚੋ, ਦਰਵਾਜ਼ਾ ਖੋਲੋ, ਮੈਂ ਤੁਹਾਡੀ ਮੰਮੀ ਆ। ਮੈਂ ਸਾਰਿਆਂ ਦੇ ਲਈ ਖਾਣਾ ਲੈ ਕੇ ਆਈ ਆ। ਪਹਿਲਾਂ ਪੈਰ ਵਿਖਾਓ, ਤਾਂ ਹੀ ਪਤਾ ਚੱਲੇ ਕਿ ਤੁਸੀਂ ਮੰਮੀ ਹੀ ਹੋ। ਭੇੜੀਏ ਨੇ ਉਹਨਾਂ ਨੂੰ ਆਟੇ ਨਾਲ ਚਿੱਟੇ ਕੀਤੇ ਹੋਏ ਪੈਰ ਵਿਖਾਏ। ਜਦੋਂ ਲਿਟਲ ਗੋਟਸ ਨੇ ਚਿੱਟੇ ਪੈਰ ਵੇਖੇ ਤਾਂ ਉਹਨਾਂ ਨੇ ਸਮਝਿਆ ਕਿ ਉਹਨਾਂ ਦੀ ਮਾਂ ਹੈ ਅਤੇ ਬੂਹਾ ਖੋਲ ਦਿੱਤਾ। ਫੇਰ ਕੀ, ਉਹਨਾਂ ਦੇ ਸਾਹਮਣੇ ਸੀ ਭੇੜੀਆ। ਲਿਟਲ ਗੋਟਸ ਡਰ ਗਏ ਸੀ ਅਤੇ ਘਬਰਾ ਕੇ ਚਿল্ਲਾਣ ਲੱਗੇ। ਕਿੱਥੇ ਭੱਜੋਗੇ? ਮੈਂ ਫੜ ਹੀ ਲਵਾਂਗਾ। ਇੱਕ ਜਵਾਕ ਟੇਬਲ ਦੇ ਥੱਲੇ ਲੁਕ ਗਿਆ, ਦੂਜਾ ਬਿਸਤਰੇ ਵਿੱਚ, ਤੀਜਾ ਚਿਮਣੀ ਵਿੱਚ ਗਿਆ ਅਤੇ ਚੌਥਾ ਕਿਚਨ ਵਿੱਚ ਜਾ ਕੇ ਲੁਕ ਗਿਆ। ਪੰਜਵਾਂ ਅਲਮਾਰੀ ਵਿੱਚ ਜਾ ਕੇ ਬਹਿ ਗਿਆ, ਛੇਵਾਂ ਪਰਦੇ ਦੇ ਪਿੱਛੇ ਅਤੇ ਸੱਤਵਾਂ ਘੜੀ ਦੇ ਅੰਦਰ। ਪਰ ਭੇੜੀਆ ਚਲਾਕ ਸੀ ਅਤੇ ਸਾਰਿਆਂ ਨੂੰ ਉਹਨੇ ਇੱਕ ਕਰਕੇ ਖੜ ਫੜ ਜਾਓ, ਲਿਆ। ਇੱਥੇ ਆਓ, ਮੈਂ ਤੁਹਾਨੂੰ ਛੱਡਾਂਗਾ ਨਹੀਂ। ਖੜ ਜਾਓ। ਸਿਰਫ ਘੜੀ ਵਿੱਚ ਲੁਕਣ ਵਾਲੇ ਨੂੰ ਉਹ ਫੜ ਨਹੀਂ ਸਕਿਆ। ਉਹਦਾ ਢਿੱਡ ਭਰ ਚੁੱਕਿਆ ਸੀ। ਇਸ ਕਰਕੇ ਉਹਨੇ ਜ਼ਿਆਦਾ ਸੋਚਿਆ ਨਹੀਂ ਅਤੇ ਉੱਥੋਂ ਨਿਕਲ ਗਿਆ। ਉੱਥੇ ਇੱਕ ਵੱਡਾ ਮੈਦਾਨ ਸੀ ਜਿੱਥੇ ਇੱਕ ਪੇੜ ਦੇ ਥੱਲੇ ਉਹ ਨੱਕ ਵਜਾ ਕੇ ਸੌਣ ਲੱਗਿਆ। ਥੋੜੀ ਦੇਰ ਬਾਅਦ ਮਦਰ ਗੋਟ ਘਰ ਪਹੁੰਚੀ। ਬੂਹਾ ਖੁੱਲਾ ਵੇਖ ਕੇ ਸਮਝ ਗਈ ਕਿ ਕੁਝ ਹੋਇਆ ਹੈ ਅਤੇ ਉਹ ਚਿল্ਲਾਣ ਲੱਗੀ, ਮੇਰੇ ਜਵਾਕ! ਘਰ ਵਿੱਚ ਆਂਦੇ ਹੀ ਉਹ ਘਬਰਾ ਗਈ। ਸਾਰਾ ਫਰਨੀਚਰ ਡਿੱਗਿਆ ਹੋਇਆ ਸੀ, ਪਰਦੇ ਫਟੇ ਹੋਏ, ਬਿਸਤਰਾ ਖਿਲਰਿਆ ਹੋਇਆ ਸੀ, ਸਰਾਣਾ ਅਤੇ ਚਾਦਰ ਇੱਧਰ ਉੱਧਰ ਪਈ ਸੀ। ਮਦਰ ਗੋਟ ਆਪਣੇ ਜਵਾਕਾਂ ਨੂੰ ਕਿਤੇ ਨਹੀਂ ਲੱਭ ਸਕੀ। ਇੱਕ ਇੱਕ ਕਰਕੇ ਉਹਨੇ ਨਾਂ ਲੈ ਕੇ ਵੀ ਸੱਦਿਆ, ਪਰ ਕੋਈ ਨਹੀਂ ਮਿਲਿਆ। ਫਿਰ ਉਹਨੇ ਸੱਤਵੇਂ ਦਾ ਨਾਂ ਸੱਦਿਆ ਤਾਂ ਇੱਕ ਆਵਾਜ਼ ਆਈ, ਮੈਂ ਘੜੀ ਦੇ ਅੰਦਰ ਹਾਂ ਮੰਮੀ। ਮਦਰ ਗੋਟ ਛੇਤੀ ਘੜੀ ਕੋਲ ਪਹੁੰਚੀ, ਜਵਾਕ ਨੂੰ ਬਾਹਰ ਕੱਢਿਆ ਅਤੇ ਗਲੇ ਨਾਲ ਲਾਇਆ। ਲਿਟਲ ਗੋਟ ਨੇ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸੀ। ਭੇੜੀਆ ਆਇਆ ਸੀ ਭੇਸ ਬਦਲ ਕੇ ਅਤੇ ਸਾਨੂੰ ਲੱਗਿਆ ਤੁਸੀਂ ਹੋ। ਉਹ ਮੇਰੇ ਸਾਰੇ ਭਰਾਵਾਂ ਨੂੰ ਖਾ ਗਿਆ। ਮਦਰ ਗੋਟ ਨੂੰ ਬਹੁਤ ਬੁਰਾ ਲੱਗਿਆ। ਉਹ ਬਹੁਤ ਰੋਈ ਆਪਣੇ ਜਵਾਕਾਂ ਵਾਸਤੇ। ਆਪਣੇ ਸਿਰਫ ਇੱਕ ਜਵਾਕ ਨਾਲ ਉਹ ਘਰ ਤੋਂ ਬਾਹਰ ਨਿਕਲੀ ਤਾਂ ਹੀ ਉਹਨਾਂ ਨੂੰ ਭੇੜੀਆ ਸੁੱਤਾ ਹੋਇਆ ਦਿਸਿਆ। ਉਹਦਾ ਨੱਕ ਇੰਨੀ ਤੇਜ਼ ਵੱਜ ਰਿਹਾ ਸੀ ਕਿ ਪੇੜ ਦੇ ਪੱਤੇ ਵੀ ਹਿੱਲ ਰਹੇ ਸੀ। ਮਦਰ ਗੋਟ ਭੇੜੀਏ ਨੂੰ ਥੋੜੀ ਦੇਰ ਵੇਖਦੀ ਰਹੀ। ਉਹਨੇ ਵੇਖਿਆ ਕਿ ਉਹਦੇ ਢਿੱਡ ਦੇ ਅੰਦਰ ਕੁਝ ਹਿੱਲ ਰਿਹਾ ਹੈ। ਹਾਏ ਰੱਬਾ, ਲੱਗਦਾ ਹੈ ਮੇਰੇ ਜਵਾਕ ਉਹਦੇ ਢਿੱਡ ਦੇ ਅੰਦਰ ਜਿੰਦੇ ਨੇ। ਉਹਨੇ ਇੱਕ ਪਲਾਨ ਸੋਚਿਆ ਅਤੇ ਆਪਣੇ ਜਵਾਕ ਨੂੰ ਕਿਹਾ, ਘਰੋਂ ਮੇਰੇ ਲਈ ਇੱਕ ਸੂਈ ਧਾਗਾ ਅਤੇ ਕੈਂਚੀ ਲੈ ਕੇ ਆ ਛੇਤੀ। ਲਿਟਲ ਗੋਟ ਘਰ ਜਾਣ ਲੱਗਿਆ ਤਾਂ ਮਦਰ ਗੋਟ ਨੇ 6 ਵੱਡੇ ਪੱਥਰ ਇਕੱਠੇ ਕੀਤੇ। ਥੋੜੀ ਦੇਰ ਵਿੱਚ ਲਿਟਲ ਗੋਟ ਸੂਈ ਧਾਗਾ ਅਤੇ ਕੈਂਚੀ ਲੈ ਕੇ ਪਹੁੰਚਿਆ। ਜਿਵੇਂ ਮਦਰ ਗੋਟ ਨੇ ਭੇੜੀਏ ਦਾ ਢਿੱਡ ਕੱਟਿਆ, ਉਹਨੂੰ ਉੱਤੇ ਹੀ ਆਪਣਾ ਇੱਕ ਜਵਾਕ ਦਿਸਿਆ ਅਤੇ ਬਾਕੀ ਵੀ ਇੱਕ ਤੋਂ ਬਾਅਦ ਇੱਕ ਦਿਸੇ। ਸਾਰੇ ਸਲਾਮਤ ਸੀ। ਮਦਰ ਗੋਟ ਬੜੀ ਖੁਸ਼ ਹੋਈ। ਸਾਰੇ ਜਵਾਕਾਂ ਨੇ ਮਦਰ ਗੋਟ ਨੂੰ ਹੱਗ ਕੀਤਾ। ਮੰਮੀ, we love you. ਸਾਰੇ ਬਹੁਤ ਖੁਸ਼ ਸੀ। ਮੇਰੇ ਜਵਾਕੋ, ਤੁਸੀਂ ਸਾਰੇ ਠੀਕ ਹੋ ਨਾ?
ਮਦਰ ਗੋਟ ਨੇ ਭੇੜੀਏ ਦੇ ਅੰਦਰ ਸਾਰੇ ਪੱਥਰ ਭਰ ਦਿੱਤੇ। ਫਿਰ ਉਹਨੇ ਉਹਦੇ ਢਿੱਡ ਨੂੰ ਸੂਈ ਧਾਗੇ ਨਾਲ ਸੀ ਦਿੱਤਾ। ਭੇੜੀਆ ਇੰਨੀ ਡੂੰਗੀ ਨੀਂਦ ਵਿੱਚ ਸੀ ਕਿ ਉਹਨੂੰ ਕੁਝ ਪਤਾ ਹੀ ਨਹੀਂ ਲੱਗਿਆ। ਭੇੜੀਆ ਜਦੋਂ ਜਾਗਿਆ, ਖੜਾ ਹੋਇਆ, ਉਹਦਾ ਢਿੱਡ ਦਰਦ ਕਰ ਰਿਹਾ ਸੀ। ਉਹਨੂੰ ਲੱਗਿਆ ਕਈ ਸਾਰੇ ਲਿਟਲ ਗੋਟਸ ਦੀ ਵਜ੍ਹਾ ਨਾਲ ਦਰਦ ਹੋ ਰਿਹਾ ਹੈ। ਉਹਨੂੰ ਬਹੁਤ ਪਿਆਸ ਲੱਗੀ। ਉਹ ਨਦੀ ਵੱਲ ਗਿਆ ਪਾਣੀ ਪੀਣ। ਤੁਰਦੇ ਵੇਲੇ ਢਿੱਡ ਵਿੱਚ ਪੱਥਰ ਇੱਕ ਦੂਜੇ ਨਾਲ ਟਕਰਾਉਣ ਲੱਗੇ। ਢਿੱਡ ਇੰਨਾ ਭਾਰੀ ਤੇ ਭਰਿਆ ਹੋਇਆ ਲੱਗ ਰਿਹਾ ਹੈ, ਜਿਵੇਂ ਮੈਂ ਪੱਥਰ ਹੀ ਖਾਦੇ ਹੋਣ। ਉਹ ਪਾਣੀ ਪੀਣ ਵਾਸਤੇ ਝੁਕਿਆ। ਪੱਥਰਾਂ ਦੇ ਬੋਝ ਕਰਕੇ ਉਹ ਨਦੀ ਵਿੱਚ ਡਿੱਗ ਪਿਆ। ਬਚਾਓ, ਬਚਾਓ, ਮੈਂ ਡੁੱਬ ਰਿਹਾ, ਕੋਈ ਮੈਨੂੰ ਬਚਾਓ, ਬਚਾਓ, ਮੈਂ ਡੁੱਬ ਰਿਹਾ। ਉਹ ਬਹੁਤ ਚਿল্ਲਾਇਆ ਪਰ ਕੋਈ ਨਹੀਂ ਆਇਆ। ਬਚਾਓ, ਬਚਾਓ। ਪੱਥਰਾਂ ਦਾ ਵਜ਼ਨ ਉਹਨੂੰ ਪਾਣੀ ਵਿੱਚ ਡੂੰਘੇ ਲੈ ਗਿਆ। ਮਦਰ ਗੋਟ ਅਤੇ ਲਿਟਲ ਗੋਟਸ ਨੇ ਜਦੋਂ ਇਹ ਵੇਖਿਆ ਤਾਂ ਉਹ ਨਦੀ ਵੱਲ ਗਏ। ਸਾਰੇ ਮਿਲ ਕੇ ਚੁੰਮਣ ਲੱਗੇ। ਉਸ ਦਿਨ ਤੋਂ ਬਾਅਦ ਮਦਰ ਗੋਟ ਤੇ ਉਹਨਾਂ ਦੇ 7 ਜਵਾਕ ਘਰ ਵਿੱਚ ਮौज ਮਸਤੀ ਨਾਲ ਰਹੇ।